ਹੈਲੋ एवरीवन ਦਿਸ ਮਿੰਟੋ ਦੇ ਅਫੀਸ਼ੀਅਲ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਪੰਜਾਬੀ ਗ੍ਰਾਮਰ ਦਾ ਲੈਕਚਰ ਅੱਜ ਅਸੀਂ 5th ਦੇਖਣ ਲੱਗੇ ਹਾਂ। ਅੱਜ ਅਸੀਂ ਆਪਣਾ ਨੈਕਸਟ ਕੰਸੈਪਟ ਕਰਾਂਗੇ, ਉਸ ਦੇ ਨਾਲ ਤੁਹਾਨੂੰ ਮੈਂ ਇੱਕ ਐਕਸਟਰਾ ਕੰਸੈਪਟ ਵੀ ਕਰਾਵਾਂਗਾ। ਠੀਕ ਹੈ ਫਰੈਂਡਸ, ਉਹ ਸ਼ਾਇਦ ਤੁਹਾਡੇ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਵਿੱਚ ਨਾ ਹੀ ਆਵੇ, ਠੀਕ ਹੈ, ਮਗਰ ਉਂਝ ਤੁਹਾਨੂੰ ਉਸਦੀ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ। ਠੀਕ ਹੈ ਫਰੈਂਡਸ, ਕਿਉਂਕਿ ਉਹਦੇ ਬਾਰੇ ਪਤਾ ਹੋਣਾ ਸ਼ਾਇਦ ਕਈ ਬੱਚਿਆਂ ਨੂੰ ਪਤਾ ਹੋਵੇ, ਸ਼ਾਇਦ ਸਾਰਿਆਂ ਨੂੰ ਨਾ ਪਤਾ ਹੋਵੇ। ਇਹ PCS ਐਗਜ਼ਾਮ ਵਿੱਚ ਵੀ ਇਸ ਤਰ੍ਹਾਂ ਦਾ ਕੁਐਸਚਨ ਪੁੱਛਿਆ ਜਾ ਸਕਦਾ ਹੈ। ਠੀਕ ਹੈ ਨਾ। ਬਾਕੀ ਹੋਰ ਜਿਹੜੇ ਜਿਨ੍ਹਾਂ ਦੀ ਜਿਵੇਂ ਆਫਿਸਰ ਲੈਵਲ ਦੇ ਐਗਜ਼ਾਮ ਵਿੱਚ ਪੁੱਛਿਆ ਜਾ ਸਕਦਾ, ਤਾਂ ਇਹਨਾਂ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਵੈਸੇ ਵੀ ਤੁਹਾਡੀ ਇਨਫੋਰਮੇਸ਼ਨ ਐਡ ਹੀ ਹੋਏਗੀ। ਠੀਕ ਹੈ, ਮੈਂ ਚਾਹੁੰਦਾ ਕਿ ਜੇ ਮੈਨੂੰ ਉਸ ਬਾਰੇ ਪਤਾ ਹੈ ਤਾਂ ਉਸ ਬਾਰੇ ਤੁਹਾਨੂੰ ਵੀ ਹੀ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਫਰੈਂਡਸ, ਤਾਂ ਅੱਜ ਅਸੀਂ ਉਸ ਬਾਰੇ ਵੀ ਗੱਲ ਕਰਾਂਗੇ। ਠੀਕ ਹੈ, ਤੁਸੀਂ ਚਿੰਤਾ ਨਾ ਕਰਿਓ, ਮੈਂ ਤੁਹਾਡੇ ਹਰੇਕ ਟੌਪਿਕਸ ਕੰਪਲੀਟ ਕਰਾ ਦਾਂਗਾ। ਠੀਕ ਹੈ, ਇਹ ਪੰਜਾਬੀ ਗ੍ਰਾਮਰ ਦਾ ਲੈਕਚਰ ਸਾਰਿਆਂ ਲਈ ਹੈ, ਪਟਵਾਰੀ ਲਈ ਵੀ ਹੈ, PCS ਲਈ ਵੀ ਹੈ, ਬਾਕੀ ਹੋਰ ਜਿਹੜੇ ਐਗਜ਼ਾਮਸ ਆ ਉਹਨਾਂ ਲਈ ਵੀ ਹੈ। ਠੀਕ ਹੈ, ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਬੁੱਕਸ ਪ੍ਰੋਵਾਈਡ ਕੀਤੇ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentortest.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਠੀਕ ਹੈ, ਅੱਜ ਅਸੀਂ ਸ਼ਬਦ ਬਾਰੇ ਗੱਲ ਕਰਾਂਗੇ। ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਹੈ। ਠੀਕ ਹੈ ਫਰੈਂਡਸ, ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਹੈ। ਜਿਵੇਂ ਆਪਾਂ ਸੁਤੰਤਰ ਇਕਾਈ ਬਾਰੇ ਪੜ੍ਹਿਆ ਸੀ, ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਸੁਤੰਤਰ ਇਕਾਈ ਹੈ, ਤਾਂ ਉਰੇ ਜਿਹੜੀ ਸ਼ਬਦ ਹੈ ਨਾ, ਉਹ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਯੁਕਤ ਇਕਾਈ ਹੈ। ਠੀਕ ਹੈ ਫਰੈਂਡਸ, ਜਿਨ੍ਹਾਂ ਤੋਂ ਸਾਨੂੰ ਅਰਥਾਂ ਬਾਰੇ ਪਤਾ ਲੱਗਦਾ। ਠੀਕ ਹੈ, ਇਸ ਨੂੰ ਆਪਾਂ 8 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: ਨਾਂਵ, ਪੜ੍ਹਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ। ਠੀਕ ਹੈ, ਅੱਜ ਅਸੀਂ ਸਿਰਫ ਨਾਂਵ ਬਾਰੇ ਗੱਲ ਕਰਾਂਗੇ। ਠੀਕ ਹੈ, ਨਾਂਵ ਕੀ ਹੁੰਦਾ ਹੈ? ਕਿਸੇ ਵਿਅਕਤੀ, ਵਸਤੂ, ਗੁਣ, ਸਥਾਨ ਆਦਿ ਲਈ ਵਰਤੇ ਜਾਣ ਵਾਲੇ ਸ਼ਬਦ ਨੂੰ ਆਪਾਂ ਨਾਂਵ ਆਖਦੇ ਹਾਂ। ਠੀਕ ਹੈ, ਇਹ ਕਿੰਨੇ ਪ੍ਰਕਾਰ ਦੇ ਹਨ? ਆਮ ਨਾਂਵ, ਇਹਨੂੰ ਆਪਾਂ ਜਾਤੀਵਾਚਕ ਨਾਂਵ ਵੀ ਆਖਦੇ ਹਾਂ। ਖਾਸ ਨਾਂਵ, ਇਸ ਨੂੰ ਆਪਾਂ ਨਿੱਜਵਾਚਕ ਨਾਂਵ ਵੀ ਆਖਦੇ ਹਨ। ਇਕੱਠਵਾਚਕ ਨਾਂਵ ਜਾਂ ਸਮੂਹਵਾਚਕ ਨਾਂਵ। ਠੀਕ ਹੈ, ਵਸਤੂਵਾਚਕ ਨਾਂਵ ਜਾਂ ਪਦਾਰਥਵਾਚਕ ਨਾਂਵ, ਭਾਵਵਾਚਕ ਨਾਂਵ। ਠੀਕ ਹੈ, ਆਮ ਨਾਂਵ ਕੀ ਹੈ? ਠੀਕ ਹੈ, ਆਮ ਨਾਂਵ ਕੀ ਹੈ? ਜਿਹੜੇ ਸ਼ਬਦ ਜਾਤੀ, ਸ਼੍ਰੇਣੀ ਲਈ ਵਰਤੇ ਜਾਂਦੇ ਹਨ। ਠੀਕ ਹੈ, ਜਿਹੜੇ ਸ਼ਬਦ ਜਾਤੀ, ਠੀਕ ਹੈ, ਕਿਸੇ ਆਮ ਦੀ ਜਾਤੀ ਜਾਂ ਸ਼੍ਰੇਣੀ ਲਈ ਵਰਤੇ ਜਾਂਦੇ ਹਨ, ਉਸ ਨੂੰ ਆਪਾਂ ਆਮ ਨਾਂਵ ਆਖਦੇ ਹਾਂ। ਠੀਕ ਹੈ, ਜਿਵੇਂ ਸ਼ਹਿਰ, ਫੁੱਲ, ਠੀਕ ਹੈ, ਵਿਦਿਆਰਥੀ ਆਦਿ। ਠੀਕ ਹੈ ਫਰੈਂਡਸ, ਤਾਂ ਉਸ ਤੋਂ ਬਾਅਦ ਆਪਾਂ ਖਾਸ ਨਾਂਵ ਦੇਖਦੇ ਹਾਂ। ਖਾਸ ਨਾਂਵ ਕੀ ਹੁੰਦਾ ਹੈ? ਜਿਹੜੇ ਸ਼ਬਦ ਕਿਸੇ ਖਾਸ ਜੀਵ, ਥਾਂ, ਵਸਤੂ ਆਦਿ ਲਈ ਵਰਤੇ ਜਾਂਦੇ ਹਨ। ਜਿਹੜੇ ਸ਼ਬਦ ਕਿਸੇ ਖਾਸ ਜੀਵ ਦੇ ਲਈ ਜਾਂ ਥਾਂ ਲਈ ਜਾਂ ਵਸਤੂ ਲਈ ਵਰਤੇ ਜਾਂਦੇ ਹਨ, ਜਿਵੇਂ ਕਿ ਲੁਧਿਆਣਾ, ਸੁਪਰੀਮ ਕੋਰਟ। ਠੀਕ ਹੈ ਫਰੈਂਡਸ, ਹੁਣ ਆਪਾਂ ਨੈਕਸਟ ਕੰਸੈਪਟ ਦੇਖ ਲੈਂਦੇ ਹਾਂ, ਨੈਕਸਟ ਮਤਲਬ ਇਹਦਾ ਪਾਰਟ ਦੇਖ ਲੈਂਦੇ ਹਾਂ। ਠੀਕ ਹੈ, ਇਕੱਠਵਾਚਕ ਨਾਂਵ, ਜਿਹੜੇ ਸ਼ਬਦ ਵਸਤਾਂ ਜਾਂ ਜੀਵ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਂਦੇ ਹਨ। ਜਿਹੜੇ ਸ਼ਬਦ ਵਸਤਾਂ ਜਾਂ ਜੀਵਾਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਂਦੇ ਹਨ, ਉਹਨਾਂ ਨੂੰ ਆਪਾਂ ਇਕੱਠਵਾਚਕ ਨਾਂਵ ਆਖਦੇ ਹਾਂ। ਜਿਵੇਂ ਜਮਾਤ, ਟੀਮ, ਹੋਰ ਵੀ ਜੋੜ ਸਕਦੇ ਹੋ। ਠੀਕ ਹੈ, ਆਦਿ। ਠੀਕ ਹੈ, ਵਸਤੂਵਾਚਕ, ਪਦਾਰਥਵਾਚਕ ਨਾਂਵ, ਜਿਹੜੇ ਸ਼ਬਦਾਂ ਤੋਂ ਤੋਲਿਆ ਜਾਂ ਮਿਣਿਆ ਜਾਣ ਦਾ ਪਤਾ ਲੱਗੇ। ਠੀਕ ਹੈ, ਜਿਹੜੇ ਸ਼ਬਦਾਂ ਤੋਂ ਤੋਲਿਆ ਜਾਂ ਮਿਣਿਆ ਜਾਣ ਦਾ ਪਤਾ ਲੱਗੇ, ਉਸ ਨੂੰ ਆਪਾਂ ਜਾਣ ਵਾਲੀ ਵਸਤੂਆਂ ਦਾ ਪਤਾ ਲੱਗੇ, ਤੋਲਿਆ ਜਾਂ ਮਿਣਿਆ ਜਾਣ ਵਾਲੀਆਂ ਵਸਤੂਆਂ ਦਾ ਪਤਾ ਲੱਗੇ, ਉਸ ਨੂੰ ਆਪਾਂ ਵਸਤੂਵਾਚਕ ਨਾਂਵ ਆਖਦੇ ਹਾਂ। ਠੀਕ ਹੈ, ਭਾਵਵਾਚਕ ਨਾਂਵ। ਠੀਕ ਹੈ, ਭਾਵਵਾਚਕ ਨਾਂਵ, ਜਿਹੜੇ ਸ਼ਬਦਾਂ ਤੋਂ ਕਿਸੇ ਗੁਣ, ਹਾਲਾਤ ਜਾਂ ਭਾਵ ਦਾ ਪਤਾ ਲੱਗੇ। ਜਿਹੜੇ ਸ਼ਬਦਾਂ ਤੋਂ ਕੀ ਪਤਾ ਲੱਗੇ ਸਾਨੂੰ? ਗੁਣ, ਹਾਲਾਤ ਅਤੇ ਭਾਵ ਦਾ ਪਤਾ ਲੱਗੇ, ਉਸ ਨੂੰ ਆਪਾਂ ਭਾਵਵਾਚਕ ਨਾਂਵ ਆਖਦੇ ਹਾਂ। ਜਿਵੇਂ ਕਿ ਖੁਸ਼ੀ, ਕੋੜਾ। ਠੀਕ ਹੈ, ਉਰੇ ਆਪਾਂ ਕੋਮਾ ਆਏਗਾ ਉਰੇ। ਠੀਕ ਹੈ, ਅਮੀਰੀ। ਠੀਕ ਹੈ ਫਰੈਂਡਸ, ਸੋ ਇਹ ਆਪਾਂ ਨੂੰ ਅੱਜ ਨਾਂਵ ਬਾਰੇ ਪਤਾ ਲੱਗਿਆ। ਅਸੀਂ ਨਾਂਵ ਦੇ 5 ਪ੍ਰਕਾਰ ਪੜ੍ਹ ਚੁੱਕੇ ਹਾਂ। ਠੀਕ ਹੈ, ਨਾਂਵ ਦੇ ਆਪਾਂ 5 ਪ੍ਰਕਾਰ ਕਿਹੜੇ ਪੜ੍ਹੇ ਆਪਾਂ ਨੇ ਪੜ੍ਹਿਆ ਆਮ ਨਾਂਵ, ਖਾਸ ਨਾਂਵ, ਇਕੱਠਵਾਚਕ ਨਾਂਵ, ਵਸਤੂਵਾਚਕ ਨਾਂਵ, ਭਾਵਵਾਚਕ ਨਾਂਵ। ਠੀਕ ਹੈ, ਹੁਣ ਆਪਾਂ ਜਿਹੜੀ ਤੁਹਾਨੂੰ ਮੈਂ ਗੱਲ ਦੱਸ ਰਿਹਾ ਸੀ ਕਿ ਤੁਹਾਨੂੰ ਮੈਂ ਇੱਕ ਹੋਰ ਟੌਪਿਕ ਕਰਾਉਣਾ ਚਾਹੁੰਦਾ, ਉਹ ਹੈਗਾ ਗੁਰਮੁਖੀ ਲਿਪੀ ਦਾ ਜਨਮ ਅਤੇ ਜਾਂ ਨਿਕਾਸ। ਗੁਰਮੁਖੀ ਲਿਪੀ ਦਾ ਜਨਮ ਕਿਸ ਤਰ੍ਹਾਂ ਹੋਇਆ, ਇਸ ਦੇ ਬਾਰੇ ਵੀ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ। ਠੀਕ ਹੈ ਨਾ। ਇਸ 'ਚ ਕੁਝ ਥਿਊਰੀਜ਼ ਨੇ, ਅਤੇ ਇਸ 'ਚ ਜਿਹੜੀ ਮੋਸਟ ਅਸੈਪਟੇਬਲ ਥਿਊਰੀ ਹੈ ਨਾ,
ਉਸ ਬਾਰੇ ਸਾਨੂੰ ਐਂਡ 'ਚ ਪਤਾ ਲੱਗੇਗਾ। ਠੀਕ ਹੈ, ਜਦੋਂ ਮੈਂ ਹਰੇਕ ਥਿਊਰੀ ਬਾਰੇ ਗੱਲ ਕਰਾਂਗਾ, ਔਰ ਮੈਂ 3 ਰਾਈਟਰ ਬਾਰੇ ਗੱਲ ਕੀਤੀ ਹੈ। ਠੀਕ ਹੈ, ਠੀਕ ਹੈ ਫਰੈਂਡਸ, ਤਾਂ ਤੁਹਾਨੂੰ ਈਜ਼ਲੀ ਪਤਾ ਲੱਗ ਜਾਏਗਾ ਕਿ ਕਿਹੜੀ ਮੋਸਟ ਅਸੈਪਟੇਬਲ ਥਿਊਰੀ ਹੈ, ਜਿਹਦੇ ਨਾਲ ਸਾਨੂੰ ਇਹ ਪਤਾ ਲੱਗਿਆ ਕਿ ਗੁਰਮੁਖੀ ਲਿਪੀ ਦਾ ਜਨਮ ਕਿਵੇਂ ਹੋਇਆ। ਠੀਕ ਹੈ, ਜਾਂ ਉਹਦਾ ਨਿਕਾਸ ਕਿਵੇਂ ਹੋਇਆ। ਠੀਕ ਹੈ, ਕਿਉਂਕਿ ਇਹਦੇ ਬਾਰੇ ਜਾਣਨਾ ਇਸ ਲਈ ਜ਼ਰੂਰੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਪੰਜਾਬੀ ਦਾ ਪਿਛਲਾ ਇਤਿਹਾਸ ਕੀ ਸੀ, ਭਾਸ਼ਾ ਦਾ ਇਤਿਹਾਸ ਕੀ ਸੀ, ਸਾਡੀ ਗੁਰਮੁਖੀ ਲਿਪੀ ਦਾ ਇਤਿਹਾਸ ਕੀ ਸੀ। ਠੀਕ ਹੈ ਨਾ, ਉਸ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ। ਠੀਕ ਹੈ, ਜੇ ਤੁਸੀਂ ਪੰਜਾਬੀ ਗ੍ਰਾਮਰ ਪੜ੍ਹ ਰਹੇ ਹੋ ਤਾਂ ਤੁਹਾਨੂੰ ਨਾਲ ਨਾਲ ਇਸ ਦੇ ਬਾਰੇ ਜਾਣਕਾਰੀ ਹੋਣੀ ਮੈਨੂੰ ਲੱਗਦਾ ਕਿ ਤੁਹਾਨੂੰ ਹੋਣੀ ਜ਼ਰੂਰੀ ਹੈ। ਜੇ ਮੈਨੂੰ ਪਤਾ ਤਾਂ ਤੁਹਾਨੂੰ ਵੀ ਪਤਾ ਹੋਣਾ ਜ਼ਰੂਰੀ ਹੈ। ਠੀਕ ਹੈ ਨਾ, ਇਹ ਚਾਰਟ ਹੈ, ਚਾਰਟ ਨੂੰ ਮੈਂ ਪੜ੍ਹਨ ਤੋਂ ਪਹਿਲਾਂ ਇਹ ਤੁਹਾਨੂੰ ਚਾਰਟ ਤਦ ਅੱਛਾ ਸਮਝ ਆਏਗਾ ਜਦੋਂ ਮੈਂ ਇੱਕ ਵਾਰੀ ਪੂਰਾ ਐਕਸਪਲੇਨ ਕਰਵਾਵਾਂ। ਠੀਕ ਹੈ, ਹੁਣ ਮੈਂ ਤੁਹਾਨੂੰ ਦੱਸ ਰਿਹਾ, ਗੁਰਮੁਖੀ ਲਿਪੀ ਭਾਰਤ ਦੀ ਪ੍ਰਾਚੀਨ ਲਿਪੀਆਂ ਵਿੱਚੋਂ ਇੱਕ ਹੈ। ਗੁਰਮੁਖੀ ਲਿਪੀ ਭਾਰਤ ਦੀ ਪ੍ਰਾਚੀਨ ਲਿਪੀਆਂ ਵਿੱਚੋਂ ਇੱਕ ਹੈ। ਠੀਕ ਹੈ, ਇਹ ਲਿਪੀ ਭਾਰਤ ਦੀ ਪ੍ਰਾਚੀਨਤਮ ਲਿਪੀ ਬ੍ਰਹਮੀ ਨਾਲ ਆਪਣਾ ਰਿਸ਼ਤਾ ਜੋੜਦੀ ਹੈ। ਠੀਕ ਹੈ, ਇਹ ਬ੍ਰਹਮੀ ਲਿਪੀ ਦੇ ਇਤਿਹਾਸ ਨਾਲ ਹੀ ਗੁਰਮੁਖੀ ਲਿਪੀ ਦਾ ਨਿਕਾਸ ਦੀ ਕਹਾਣੀ ਜੁੜੀ ਹੋਈ ਹੈ। ਧਿਆਨ ਨਾਲ ਪੜ੍ਹਿਓ ਕਿ ਇਹ ਬ੍ਰਹਮੀ ਜਿਹੜੀ ਲਿਪੀ ਹੈ ਨਾ, ਇਹਦੇ ਇਤਿਹਾਸ ਨਾਲ ਹੀ ਸਾਡੀ ਜਿਹੜੀ ਗੁਰਮੁਖੀ ਲਿਪੀ ਹੈ ਨਾ, ਉਸ ਦੀ ਨਿਕਾਸ ਦੀ ਕਹਾਣੀ ਜੁੜੀ ਹੋਈ ਹੈ। ਠੀਕ ਹੈ, ਕਿਵੇਂ ਜੁੜੀ ਹੋਈ ਹੈ ਉਸ ਬਾਰੇ ਆਪਾਂ ਗੱਲ ਕਰਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਡਾਕਟਰ ਗੌਰੀ ਸ਼ੰਕਰ ਹੀਰਾ ਚੰਦ ਓਝਾ ਨੇ, ਯਾਦ ਰੱਖਿਓ 2 ਰਾਈਟਰ ਨੇ। ਠੀਕ ਹੈ, 2 ਰਾਈਟਰ ਨੇ, ਡਾਕਟਰ ਗੌਰੀ ਸ਼ੰਕਰ ਹੀਰਾ ਚੰਦ ਓਝਾ ਨੇ ਆਪਣੀ ਪੁਸਤਕ ਪ੍ਰਾਚੀਨ ਲਿਪੀ ਮਾਲਾ ਵਿੱਚ ਬ੍ਰਹਮੀ ਲਿਪੀ ਨੂੰ 2 ਭਾਗਾਂ ਵਿੱਚ ਵੰਡਿਆ ਹੈ। ਕਿਹੜਾ? ਉੱਤਰ ਸ਼ੈਲੀ ਅਤੇ ਦੱਖਣ ਸ਼ੈਲੀ। ਗੌਰੀ ਸ਼ੰਕਰ ਹੀਰਾ ਚੰਦ ਓਝਾ ਨੇ ਆਪਣੀ ਪੁਸਤਕ ਪ੍ਰਾਚੀਨ ਲਿਪੀ ਮਾਲਾ ਵਿੱਚ ਬ੍ਰਹਮੀ ਲਿਪੀ ਨੂੰ, ਕਿਹੜੀ ਲਿਪੀ ਨੂੰ? ਬ੍ਰਹਮੀ ਲਿਪੀ ਨੂੰ 2 ਭਾਗਾਂ 'ਚ ਵੰਡਿਆ। ਤੁਹਾਨੂੰ ਪਿੱਛੇ ਪੜ੍ਹ ਕੇ ਆਏ ਨੇ ਬ੍ਰਹਮੀ ਲਿਪੀ ਦਾ ਗੁਰਮੁਖੀ ਲਿਪੀ ਨਾਲ ਸੰਬੰਧ ਹੈ। ਠੀਕ ਹੈ, ਤਾਂ ਉਸ ਲਈ ਗੱਲ ਕਰ ਰਿਹਾ ਉਹ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਬ੍ਰਹਮੀ ਲਿਪੀ ਦੀ ਗੱਲ ਕਰ ਰਹੇ ਹਾਂ। ਬ੍ਰਹਮੀ ਲਿਪੀ ਨੂੰ 2 ਭਾਗਾਂ ਵਿੱਚ ਵੰਡਿਆ ਹੈ, ਉੱਤਰੀ ਸ਼ੈਲੀ, ਠੀਕ ਹੈ, ਦੱਖਣੀ ਸ਼ੈਲੀ ਵਿੱਚ ਵੰਡਿਆ ਗਿਆ ਹੈ। ਇਹਨਾਂ ਵਿੱਚ ਉੱਤਰੀ ਸ਼ੈਲੀ ਉੱਤਰ ਭਾਰਤ ਦੇ ਇਲਾਕੇ ਵਿੱਚ ਪ੍ਰਚਲਿਤ ਸੀ, ਜਿਸ ਵਿੱਚ ਗੁਪਤ ਲਿਪੀ, ਕਿਹੜੀ ਲਿਪੀ? ਗੁਪਤ ਲਿਪੀ, ਕੁਟਿਲ ਲਿਪੀ ਅਤੇ ਸ਼ਾਰਦਾ ਲਿਪੀ ਆਦਿ ਦਾ ਜਨਮ ਹੋਇਆ ਹੈ। ਧਿਆਨ ਨਾਲ ਪੜ੍ਹਿਓ। ਆਪਾਂ ਗੌਰੀ ਸ਼ੰਕਰ ਹੀਰਾ ਚੰਦ ਓਝਾ ਨੇ ਆਪਣੀ ਪੁਸਤਕ ਕਿਹੜੀ? ਪ੍ਰਾਚੀਨ ਲਿਪੀ ਮਾਲਾ, ਉਸ ਵਿੱਚ ਬ੍ਰਹਮੀ ਲਿਪੀ ਨੂੰ 2 ਭਾਗਾਂ 'ਚ ਵੰਡਤਾ, ਉੱਤਰ ਸ਼ੈਲੀ ਅਤੇ ਦੱਖਣ ਸ਼ੈਲੀ। ਉੱਤਰ ਇਲਾਕੇ ਵਿੱਚ ਕਿਹੜੀ ਪ੍ਰਚਲਿਤ ਸੀ? ਗੁਪਤ ਲਿਪੀ, ਕੁਟਿਲ ਅਤੇ ਸ਼ਾਰਦਾ ਲਿਪੀ ਆਦਿ ਦਾ ਜਨਮ ਹੋਇਆ ਸੀ। ਅਤੇ ਦੱਖਣ ਵਿੱਚ ਕਿਹੜੀ ਸੀ? ਗ੍ਰੰਥ ਲਿਪੀ, ਤਮਿਲ, ਤੇਲਗੂ ਅਤੇ ਕੰਨੜ। ਠੀਕ ਹੈ, ਇਹ ਸਾਡੀ ਕਿਹੜੀ ਸੀ? ਦੱਖਣ ਵਿੱਚ ਆਦਿ ਦਾ ਲਿਪੀਆਂ ਦਾ ਜਨਮ ਹੋਇਆ। ਉਹਨਾਂ ਅਨੁਸਾਰ ਉੱਤਰ ਸ਼ੈਲੀ ਦੀ ਗੁਪਤ ਲਿਪੀ ਡਾਕਟਰ ਹੀਰਾ ਚੰਦ ਤੇ ਗੌਰੀ ਸ਼ੰਕਰ ਅਨੁਸਾਰ ਉੱਤਰ ਸ਼ੈਲੀ ਦੀ ਜਿਹੜੀ ਗੁਪਤ ਲਿਪੀ ਵਿੱਚੋਂ ਕੁਟਿਲ ਲਿਪੀ, ਕਿਹੜੀ ਲਿਪੀ? ਕੁਟਿਲ ਲਿਪੀ ਅਤੇ ਕੁਟਿਲ ਵਿੱਚੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ। ਕੁਟਿਲ ਲਿਪੀ 'ਚੋਂ ਕਿਹਦਾ ਜਨਮ ਹੋਇਆ? ਸ਼ਾਰਦਾ ਲਿਪੀ ਦਾ ਜਨਮ ਹੋਇਆ। ਅੱਗੋਂ ਇਸ ਸ਼ਾਰਦਾ ਲਿਪੀ ਵਿੱਚੋਂ ਹੀ ਗੁਰਮੁਖੀ ਲਿਪੀ ਦਾ ਨਿਕਾਸ ਲੱਭਿਆ ਜਾ ਸਕਦਾ ਹੈ। ਠੀਕ ਹੈ, ਇਹ ਕਿਸ ਨੇ ਕਿਹਾ? ਇਹ ਡਾਕਟਰ ਹੀਰਾ ਚੰਦ ਤੇ ਹੋਰ ਕੌਣ? ਗੌਰੀ ਸ਼ੰਕਰ ਨੇ। ਠੀਕ ਹੈ ਫਰੈਂਡਸ, ਡਾਕਟਰ ਓਝਾ ਅਨੁਸਾਰ, ਹੁਣ ਹੀਰਾ ਚੰਦ ਓਝਾ ਜੀ ਕਹਿ ਰਹੇ ਨੇ, ਉਹਨਾਂ ਅਨੁਸਾਰ ਇਹ ਸ਼ਾਰਦਾ ਲਿਪੀ ਕਿਸੇ ਵੇਲੇ ਪੰਜਾਬ ਅਤੇ ਕਸ਼ਮੀਰ ਦੇ ਇਲਾਕੇ ਵਿੱਚ ਪ੍ਰਚਲਿਤ ਸੀ। ਯਾਨੀ ਕਿ ਸ਼ਾਰਦਾ ਵਿੱਚੋਂ ਹੀ ਆਪਣੀ ਜਿਹੜੀ ਗੁਰਮੁਖੀ ਲਿਪੀ ਦਾ ਨਿਕਾਸ ਹੋਇਆ ਨਾ, ਸ਼ਾਰਦਾ ਲਿਪੀ ਵਿੱਚੋਂ, ਜਿਵੇਂ ਉਰੇ ਆਪਾਂ ਗੱਲ ਕੀਤੀ ਸ਼ਾਰਦਾ ਲਿਪੀ ਵਿੱਚੋਂ ਹੀ ਗੁਰਮੁਖੀ ਲਿਪੀ ਦਾ ਨਿਕਾਸ ਹੋਇਆ, ਤਾਂ ਆਪਾਂ ਹੁਣ ਸ਼ਾਰਦਾ ਲਿਪੀ ਬਾਰੇ ਗੱਲ ਕਰਾਂਗੇ, ਕਿਉਂਕਿ ਸ਼ਾਰਦਾ ਲਿਪੀ ਵਿੱਚੋਂ ਹੀ ਆਈ ਹੈ ਨਾ ਗੁਰਮੁਖੀ ਲਿਪੀ। ਤਾਂ ਉਰੇ ਜੇ ਸ਼ਾਰਦਾ ਲਿਪੀ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਅਤੇ ਕਸ਼ਮੀਰ ਦਾ ਇਲਾਕਾ ਸੀ ਨਾ, ਉੱਥੇ ਮੇਰੇ ਪ੍ਰਚਲਿਤ ਸੀ। ਚੰਬਾ ਦੇ ਰਾਜਾ, ਕਿਹੜਾ ਰਾਜਾ? ਚੰਬਾ ਦੇ ਰਾਜਾ ਮੇਰੂ ਵਰਮਾ ਦੇ 8ਵੀਂ ਸਦੀ ਦੇ ਸ਼ਿਲਾਲੇਖਾਂ ਵਿੱਚੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਿਸੇ ਵੇਲੇ ਕੁਟਿਲ ਲਿਪੀ ਪ੍ਰਚਲਿਤ ਸੀ। ਠੀਕ ਹੈ, ਇਹ ਸਾਰਾ ਸੰਬੰਧ ਇੱਕੋ ਹੀ ਹੈ, ਇੰਟਰਲਿੰਕਿੰਗ ਹੈ। ਜਿਵੇਂ ਉਰੇ ਮੈਂ ਗੱਲ ਕੀਤੀ ਨਾ ਉਰੇ ਕਿ ਉੱਤਰ ਸ਼ੈਲੀ ਵਿੱਚ ਕੁਟਿਲ ਲਿਪੀ ਸੀ, ਕੁਟਿਲ ਵਿੱਚੋਂ ਹੀ ਸ਼ਾਰਦਾ ਲਿਪੀ ਦਾ ਜਨਮ ਹੋਇਆ, ਸ਼ਾਰਦਾ ਵਿੱਚੋਂ ਹੀ ਆਪਣੀ ਗੁਰਮੁਖੀ ਲਿਪੀ ਦਾ ਜਨਮ ਹੋਇਆ। ਤਾਂ ਜੇ ਕੁਟਿਲ ਲਿਪੀ ਬਾਰੇ ਉਰੇ ਗੱਲ ਕੀਤੀ ਜਾ ਰਹੀ, ਇਸ ਦਾ ਮਤਲਬ ਸ਼ਾਰਦਾ ਦੀ ਤਾਂ ਉਸ ਵਿੱਚੋਂ ਹੀ ਆਈ ਹੈ। ਜੇ ਸ਼ਾਰਦਾ ਆਈ ਹੈ ਤਾਂ ਗੁਰਮੁਖੀ ਲਿਪੀ ਵੀ ਸ਼ਾਰਦਾ ਲਿਪੀ ਵਿੱਚੋਂ ਆਈ ਹੈ। ਤਾਂ ਜੇ ਉਰੇ ਰਾਜਾ ਮੇਰੂ ਵਰਮਾ ਦੇ 8ਵੀਂ ਸਦੀ ਵਿੱਚ ਸ਼ਿਲਾਲੇਖ ਵਿੱਚੋਂ ਪਤਾ ਲੱਗ ਰਿਹਾ ਸਾਨੂੰ ਕਿ ਕਿਸੇ ਵੇਲੇ ਕੁਟਿਲ ਲਿਪੀ ਦੀ ਪ੍ਰਚਲਿਤ ਸੀ, ਤਾਂ ਇਸ ਕੁਟਿਲ ਲਿਪੀ ਵਿੱਚੋਂ ਹੀ ਸਾਨੂੰ ਸ਼ਾਰਦਾ ਲਿਪੀ ਅਤੇ ਅੱਗੋਂ ਉਸ ਤੋਂ ਸ਼ਾਰਦਾ ਲਿਪੀ 'ਚੋਂ ਕਸ਼ਮੀਰੀ, ਟਾਕਰੀ ਅਤੇ ਗੁਰਮੁਖੀ ਆਦਿ ਦਾ ਜਨਮ ਹੋਇਆ ਸਾਨੂੰ ਦਿਖਦਾ ਹੈ। ਠੀਕ ਹੈ, ਜਨਮ ਹੋਇਆ ਸਾਨੂੰ ਦਿਖਦਾ ਹੈ। ਇਸ ਕਾਰਨ ਹੀ ਇਹਨਾਂ ਵਿੱਚੋਂ ਬਹੁਤ ਹੱਦ ਤੱਕ ਆਪਸੀ ਸਾਂਝ ਪਾਈ ਜਾਂਦੀ ਹੈ। ਸੋ ਇੰਟਰਲਿੰਕਿੰਗ ਹੋ ਗਿਆ ਨਾ, ਸਾਨੂੰ ਇਸ ਦੇ ਬਾਰੇ ਪਤਾ ਲੱਗਿਆ।
ठीक है ना। ਹੁਣ ਆਪਾਂ ਦੂਜੇ ਇੱਕ ਵਿਗਿਆਨੀ ਦੀ ਗੱਲ ਕਰਾਂਗੇ। ਇਹ ਹੋ ਗਈ ਫਸਟ ਬੰਦੇ ਦੀ ਥਿਊਰੀ। ਡਾਕਟਰ ਹੀਰਾ ਚੰਦ ਤੇ ਗੌਰੀ ਸ਼ੰਕਰ ਦੀ ਗੱਲ ਹੋ ਗਈ, ਮਤਲਬ ਹੀਰਾ ਚੰਦ ਓਝਾ ਦੀ ਗੱਲ ਹੋ ਗਈ। ਉਸਨੇ ਆਪਣੀ ਇੱਕ ਥਿਊਰੀ ਦਿੱਤੀ। ਹੁਣ ਆਪਾਂ ਇੱਕ ਵਾਰ ਦੂਜੀ ਥਿਊਰੀ ਪੜ੍ਹੀਏ, ਠੀਕ ਹੈ। ਜੋ ਆਪਾਂ ਇੱਕ ਦੋ ਤਿੰਨ ਥਿਊਰੀਆਂ ਜਾਣਾਂਗੇ ਉਸ ਵਿੱਚ ਐਨਾਲਾਈਜ਼ ਕਰਾਂਗੇ ਕਿਸ ਦੀ ਥਿਊਰੀ ਸਭ ਤੋਂ ਬੈਸਟ ਸੀ। ਪੱਛਮ ਦੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾਕਟਰ ਗਰੀਅਰਸਨ ਨੇ ਜਰਨਲ ਆਫ ਰੋਇਲ ਸੁਸਾਇਟੀ, ਕਿਹੜੀ ਸੁਸਾਇਟੀ? ਜਰਨਲ ਆਫ ਰੋਇਲ ਸੁਸਾਇਟੀ ਵਿੱਚ ਪ੍ਰਕਾਸ਼ਿਤ ਆਪਣੇ ਇੱਕ ਲੇਖ ਵਿੱਚ ਗੁਰਮੁਖੀ ਲਿਪੀ ਦੇ ਜਨਮ ਦੀ ਗੱਲ ਕੀਤੀ ਹੈ। ਥੋੜ੍ਹਾ ਰਾਈਟਿੰਗ ਮਿਸਿੰਗ ਹੈ, ਤੁਸੀਂ ਮੇਰੇ ਨਾਲ ਫੋਲੋ ਕਰਿਓ। ਉਹਨਾਂ ਅਨੁਸਾਰ ਪਹਿਲੇ ਆਪਾਂ ਤੁਹਾਨੂੰ ਦੱਸ ਦਵਾਂ ਆਪਾਂ ਕਿਹਦੇ ਬਾਰੇ ਗੱਲ ਕਰ ਰਹੇ ਹਾਂ। ਪੱਛਮ ਦੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾਕਟਰ ਗਰੀਅਰਸਨ, ਕਿਹੜੇ? ਡਾਕਟਰ ਗਰੀਅਰਸਨ ਨੇ ਜਰਨਲ ਆਫ ਰੋਇਲ ਸੁਸਾਇਟੀ ਵਿੱਚ, ਜਰਨਲ ਆਫ ਰੋਇਲ ਸੁਸਾਇਟੀ ਵਿੱਚ ਪ੍ਰਕਾਸ਼ਿਤ ਆਪਣੇ ਇੱਕ ਲੇਖ ਵਿੱਚ ਉਹਨਾਂ ਨੇ ਦੱਸਿਆ ਹੈ ਗੁਰਮੁਖੀ ਲਿਪੀ ਦੇ ਜਨਮ ਬਾਰੇ ਦੱਸਿਆ, ਠੀਕ ਹੈ। ਗੁਰਮੁਖੀ ਲਿਪੀ ਦੇ ਜਨਮ ਬਾਰੇ ਦੱਸਿਆ ਹੈ ਕਿ ਮੈਦਾਨੀ ਇਲਾਕਿਆਂ ਅਤੇ ਸਿੰਧ ਦੇ ਇਲਾਕੇ ਵਿੱਚ ਲੰਡਾ ਲਿਪੀ ਪ੍ਰਚਲਿਤ ਸੀ, ਠੀਕ ਹੈ। ਕਿਹੜੇ ਇਲਾਕਿਆਂ 'ਚ? ਮੈਦਾਨੀ ਅਤੇ ਸਿੰਧ ਦੇ ਇਲਾਕੇ ਵਿੱਚ ਲੰਡਾ ਲਿਪੀ ਪ੍ਰਚਲਿਤ ਸੀ। ਉਹਨਾਂ ਅਨੁਸਾਰ ਅੱਜ ਦੀ ਜਿਹੜੀ ਗੁਰਮੁਖੀ ਲਿਪੀ ਹੈ ਨਾ, ਇਹਨਾਂ ਹੀ ਲੰਡੀ ਲਿਪੀ ਦੇ ਅੱਖਰਾਂ ਦਾ ਵਿਕਸਿਤ ਰੂਪ ਹੈ। ਇਹਨਾਂ ਹੀ ਲੰਡਾ ਲਿਪੀ ਦੇ ਅੱਖਰਾਂ ਦਾ ਵਿਕਸਿਤ ਰੂਪ ਹੈ। ਇਸ ਤੋਂ ਮਗਰੋਂ ਪੰਜਾਬੀ ਭਾਸ਼ਾ ਦੇ ਭਾਸ਼ੀ ਵਿਗਿਆਨੀ ਡਾਕਟਰ GB ਸਿੰਘ ਨੇ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ ਨਾਂ ਦੀ ਕਿਤਾਬ ਵਿੱਚ, ਕਿਹੜੀ ਕਿਤਾਬ? ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ ਨਾਂ ਦੀ ਕਿਤਾਬ ਵਿੱਚ ਲਿਖਿਆ ਹੈ। ਕਿਹਨੇ ਲਿਖਿਆ ਹੈ? ਕਿਹਨੇ ਲਿਖਿਆ ਹੈ? ਡਾਕਟਰ GB ਸਿੰਘ ਨੇ। ਇਹਨਾਂ ਨੇ ਕੀ ਕਿਹਾ? ਮੈਦਾਨੀ ਅਤੇ ਸਿੰਧ ਦੇ ਇਲਾਕੇ ਵਿੱਚ ਲੰਡਾ ਲਿਪੀ ਪ੍ਰਚਲਿਤ ਸੀ ਅਤੇ ਉਹਨਾਂ ਅਨੁਸਾਰ ਅੱਜ ਦੀ ਗੁਰਮੁਖੀ ਲਿਪੀ ਇਹਨਾਂ ਲੰਡੇ ਲਿਪੀਆਂ ਦੇ ਅੱਖਰਾਂ ਨਾਲ ਹੀ ਮੇਲ ਖਾਉਂਦੀ ਹੈ, ਠੀਕ ਹੈ। ਵਿਕਸਿਤ ਰੂਪ ਹੈ, ਮਤਲਬ ਲੰਡਾ ਲਿਪੀ ਬਾਰੇ ਗੱਲ ਕਰਤੀ ਤਾਂ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਗੁਰਮੁਖੀ ਲਿਪੀ ਬਾਰੇ ਕਿਹਾ ਕਿ ਗੁਰਮੁਖੀ ਲਿਪੀ ਵੀ ਲੰਡਾ ਲਿਪੀ ਵਿੱਚੋਂ ਹੀ ਹੈ। ਮਗਰ ਅੱਗੋਂ ਜਿਹੜੀ ਤੀਜਾ ਬੰਦਾ ਹੈ, ਕਿਹੜਾ ਬੰਦਾ ਆ ਗਿਆ ਹੁਣ? ਅਗਲੇ ਜਿਹੜੇ ਥਿਊਰੀ ਆ ਗਈ, ਕਿਹਦੀ ਆ ਗਈ? ਹੁਣ ਆਪਾਂ ਪਹਿਲੇ ਆਪਾਂ ਕਿਹਦੀ ਗੱਲ ਕੀਤੀ? ਗਰੀਅਰਸਨ ਦੀ। ਉਸ ਤੋਂ ਪਹਿਲੇ ਆਪਾਂ ਹੀਰਾ ਚੰਦ ਓਝਾ ਦੀ। ਹੁਣ ਆਪਾਂ ਤੀਜੀ ਗੱਲ ਕਰ ਰਹੇ ਹਾਂ ਡਾਕਟਰ GB ਸਿੰਘ ਦੀ। GB ਸਿੰਘ ਨੇ ਕਿਹਾ, ਉਹਨੇ ਆਪਣੀ ਕਿਤਾਬ 'ਚ ਕਿਹਾ, ਉਹਦੀ ਪ੍ਰਸਿੱਧ ਭਾਸ਼ਾ ਵਿਗਿਆਨੀ ਕਿਤਾਬ ਸੀ, ਉਸਨੇ ਉੱਚ ਕਿਹਾ ਕਿ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ ਨਾਂ ਦੀ ਕਿਤਾਬ ਵਿੱਚ ਉਸਨੇ ਲਿਖਿਆ, ਜਿਸ ਵਿੱਚ ਉਹਨਾਂ ਨੇ ਪ੍ਰਸਿੱਧ ਅਰਬੀ ਵਿਦਵਾਨ ਐਲ ਬਰੂਨੀ ਦੁਆਰਾ ਭਾਰਤੀ ਭਾਸ਼ਾਵਾਂ ਸੰਬੰਧੀ ਲਿਖੀ ਕਿਤਾਬ ਉਲ ਹਿੰਦ, ਕਿਹਦੇ ਦੁਆਰਾ? ਐਲ ਬਰੂਨੀ ਦੀ ਜਿਹੜੀ ਪ੍ਰਸਿੱਧ ਭਾਸ਼ਾ ਭਾਰਤੀ ਭਾਸ਼ਾਵਾਂ ਉੱਪਰ ਜਿਹੜੀ ਉਹਨੇ ਕਿਤਾਬ ਲਿਖੀ, ਕਿਹੜੀ ਨਾਮ ਸੀ ਉਹਦਾ? ਕਿਤਾਬ ਉਲ ਹਿੰਦ ਵਿੱਚ ਦਿੱਤੇ ਵੇਰਵਿਆਂ ਦਾ ਜ਼ਿਕਰ ਕੀਤਾ ਹੈ ਐਲ ਬਰੂਨੀ ਅਨੁਸਾਰ। ਕਿਹਦੇ ਅਨੁਸਾਰ? ਐਲ ਬਰੂਨੀ ਅਨੁਸਾਰ, ਠੀਕ ਹੈ ਤਾਂ ਡਾਕਟਰ GB ਸੀ। ਉਸਨੇ ਆਪਣੀ ਕਿਤਾਬ ਲਿਖੀ, ਉਸਨੇ ਆਪਣੀ ਕਿਤਾਬ 'ਚ ਮੈਂਸ਼ਨ ਕੀਤਾ ਕਿ ਐਲ ਬਰੂਨੀ ਨੇ ਆਪਣੀ ਜਿਹੜੀ ਪ੍ਰਸਿੱਧ ਭਾਸ਼ਾ ਕਿਤਾਬ ਸੀ ਕਿਤਾਬ ਉਲ ਹਿੰਦ ਵਿੱਚ ਉਹਨੇ ਜ਼ਿਕਰ ਕੀਤਾ ਹੈ ਕਿਹਦੇ ਬਾਰੇ? ਜਿਹੜੀ ਐਲ ਬਰੂਨੀ ਅਨੁਸਾਰ ਕਿਸੇ ਵੇਲੇ ਭਾਰਤ ਵਿੱਚ ਅਰਧਨਾਗਰੀ, ਕਿਹੜੀ ਨਾਗਰੀ? ਅਰਧਨਾਗਰੀ ਲਿਪੀ ਪ੍ਰਚਲਿਤ ਸੀ। ਅਰਧਨਾਗਰੀ ਲਿਪੀ ਪ੍ਰਚਲਿਤ ਸੀ। ਡਾਕਟਰ GB ਸਿੰਘ ਨੇ ਇਸ ਅਰਧਨਾਗਰੀ ਲਿਪੀ ਵਿੱਚੋਂ ਹੀ ਗੁਰਮੁਖੀ ਲਿਪੀ ਦੇ ਜਨਮ ਦੀ ਗੱਲ ਕੀਤੀ ਹੈ, ਨਿਕਾਸ ਦੀ ਗੱਲ ਕੀਤੀ ਹੈ। ਉਹਨਾਂ ਅਨੁਸਾਰ ਇਸ ਅਰਧਨਾਗਰੀ ਵਿੱਚ ਹੀ ਭੱਟ ਅਛਰੀ ਲਿਪੀ ਦਾ ਜਨਮ ਹੋਇਆ ਹੈ ਅਤੇ ਇਸ ਤੋਂ ਅੱਗੋਂ ਹੀ ਭੱਟ ਅਛਰੀ ਵਿੱਚੋਂ ਹੀ ਟਾਕਰੀ, ਸ਼ਰਾਫੀ ਅਤੇ ਗੁਰਮੁਖੀ ਦਾ ਜਨਮ ਹੋਇਆ ਹੈ, ਠੀਕ ਹੈ। ਉਹਨਾਂ ਨੇ ਇਸ ਤਰ੍ਹਾਂ ਗੱਲ ਕੀਤੀ। ਤਾਂ ਉਪਰੋਕਤ ਹੁਣ ਆਪਾਂ ਐਨਾਲਾਈਜ਼ ਕਰਾਂਗੇ, ਠੀਕ ਹੈ। ਹੁਣ ਆਪਾਂ ਨੂੰ ਤਿੰਨ ਥਿਊਰੀਆਂ ਪਤਾ ਲੱਗ ਗਈਆਂ, ਹੁਣ ਆਪਾਂ ਐਨਾਲਾਈਜ਼ ਕਰਾਂਗੇ। ਉਪਰੋਕਤ ਦਿੱਤੇ ਹੋਏ ਸਿਧਾਂਤਾਂ ਦੇ ਨਿਰੀਖਣ ਕਰਨ ਉੱਤੇ ਇਹ ਪਤਾ ਲੱਗਦਾ, ਜਾਣੀ ਕਿ ਐਨਾਲਾਈਜ਼ ਕਰਕੇ ਪਤਾ ਲੱਗਦਾ ਹੈ ਕਿ ਹੀਰਾ ਚੰਦ ਓਝਾ ਕੌਣ? ਹੀਰਾ ਚੰਦ ਓਝਾ ਨੇ ਦੁਆਰਾ ਦਿੱਤਾ ਗਿਆ ਸਿਧਾਂਤ ਜ਼ਿਆਦਾ ਠੀਕ ਹੈ, ਠੀਕ ਹੈ, ਕਿਉਂਕਿ ਇਸ ਸਿਧਾਂਤ ਵਿੱਚ ਉਹਨਾਂ ਨੇ ਵੱਖ-ਵੱਖ ਪ੍ਰਚਲਿਤ ਅਤੇ ਪ੍ਰਮਾਣਿਤ ਸਮੱਗਰੀ ਵਰਤੀ ਹੈ, ਠੀਕ ਹੈ। ਤੁਹਾਨੂੰ ਦੱਸ ਦੇਣਾ ਉਹਨਾਂ ਨੇ ਕਿਸ ਤਰ੍ਹਾਂ ਵਰਤਿਆ, ਠੀਕ ਹੈ। ਤੁਹਾਨੂੰ ਇਹਦੇ ਬਾਰੇ ਦੱਸ ਦਿੰਦਾ ਆਪਾਂ, ਜੋ ਆਪਾਂ ਪੜ੍ਹਿਆ ਸੀ ਇਹਦੇ ਬਾਰੇ ਆ ਰਿਹਾ, ਠੀਕ ਹੈ। ਹੀਰਾ ਚੰਦ ਓਝਾ ਨੇ ਅਲੱਗ-ਅਲੱਗ ਗੱਲ ਕੀਤੀ ਹੈ ਨਾ ਕਿ ਪਹਿਲੇ ਕੁਟੀ ਲਿਪੀ ਆਈ, ਫਿਰ ਉਸ 'ਚੋਂ ਸ਼ਾਰਦਾ ਲਿਪੀ ਆਈ, ਫਿਰ ਉਸ 'ਚੋਂ ਗੁਰਮੁਖੀ ਲਿਪੀ ਆਈ। ਉਸਨੇ ਉਰੇ ਮੈਂਸ਼ਨ ਵੀ ਕੀਤਾ ਕਿ ਪੰਜਾਬ ਅਤੇ ਕਸ਼ਮੀਰ ਦੇ ਇਲਾਕੇ ਵਿੱਚ ਪ੍ਰਚਲਿਤ ਸੀ ਕਿਹੜੀ ਲਿਪੀ? ਸ਼ਾਰਦਾ ਲਿਪੀ, ਠੀਕ ਹੈ। ਤਾਂ ਉਸਨੇ ਮੈਂਸ਼ਨ ਕੀਤਾ, ਉਹਨੇ ਐਵੀਡੈਂਸ ਦਿੱਤਾ ਸਾਨੂੰ, ਠੀਕ ਹੈ। ਉਹੀ ਉਰੇ ਸਮਝਾਉਣ ਦੀ ਗੱਲ ਕਰ ਰਿਹਾ, ਠੀਕ ਹੈ। ਉਹੀ ਉਰੇ ਦੱਸਣਾ, ਐਨਾਲਾਈਜ਼ ਕਰਕੇ ਦੱਸ ਰਿਹਾ ਕਿ ਸਾਨੂੰ ਸਭ ਤੋਂ ਜ਼ਿਆਦਾ ਬੈਸਟ ਥਿਊਰੀ ਜਿਹੜੀ ਸੀ ਉਹ ਡਾਕਟਰ ਹੀਰਾ ਚੰਦ ਓਝਾ ਦੀ ਸੀ, ਠੀਕ ਹੈ। ਕਿਹਦੀ ਥਿਊਰੀ ਸੀ? ਹੀਰਾ ਚੰਦ ਓਝਾ ਦੀ ਸਭ ਤੋਂ ਬੈਸਟ ਸੀ। ਅਤੇ ਉਸਨੇ ਇਹ ਵੀ ਦੱਸਿਆ ਕਿ ਜਿਹੜੀ ਬਾਕੀ ਦੋ ਥਿਊਰੀ ਸੀ ਉਹ ਸਹੀ ਕਿਉਂ ਨਹੀਂ ਸੀ। ਇਸ ਸਿਧਾਂਤ ਵਿੱਚ ਉਹਨਾਂ ਨੇ ਵੱਖ-ਵੱਖ ਪ੍ਰਚਲਿਤ ਕੀਤੇ ਪ੍ਰਮਾਣਿਤ ਸਮੱਗਰੀ ਵਰਤੀ ਹੈ, ਕਿਹਨਾਂ ਨੇ? ਹੀਰਾ ਚੰਦ ਨੇ। ਅਤੇ ਡਾਕਟਰ ਜਿਹੜੇ GB ਸਿੰਘ, ਹੁਣ GB ਸਿੰਘ ਦੀ ਗੱਲ ਕਰ ਰਹੇ ਨੇ, ਦੁਆਰਾ ਦਿੱਤਾ ਗਿਆ ਗੁਰਮੁਖੀ ਲਿਪੀ ਦਾ ਨਿਕਾਸ ਦਾ ਸਿਧਾਂਤ ਨਾਲ ਕੁਝ ਠੀਕ ਪ੍ਰਤੀਤ ਨਹੀਂ ਹੁੰਦਾ, ਕਿਉਂਕਿ ਭਾਰਤ ਵਿੱਚ ਦੇਵਨਾਗਰੀ ਲਿਪੀ ਤਾਂ ਮੌਜੂਦ ਹੀ ਰਹੀ ਹੈ। ਉਸ ਵਕਤ ਜਿਹੜੀ ਦੇਵਨਾਗਰੀ ਲਿਪੀ ਹੈ ਮੌਜੂਦ ਰਹੀ ਹੈ, ਪਰੰਤੂ ਕਦੇ ਵੀ ਅਰਧਨਾਗਰੀ
अर्धनागरी लिपि का जिक्र नहीं होया है। ਕਿਹੜੀ ਦੇਵਨਾਗਰੀ ਲਿਪੀ ਤਾਂ ਮੌਜੂਦ ਰਹੀ ਹੈ, ਮਗਰ ਅਰਧਨਾਗਰੀ ਉੱਪਰ ਜ਼ਿਕਰ ਨਹੀਂ ਹੋਇਆ ਹੈ। ਕਿਉਂ, ਕਿਵੇਂ ਨਹੀਂ ਹੋਇਆ ਹੈ, ਉਹ ਵੀ ਦੱਸ ਰਹੇ ਨੇ ਕਿ ਜੇਕਰ ਕੁਝ ਸਮੇਂ ਲਈ ਆਪਾਂ ਮੰਨ ਵੀ ਲਈਏ, ਜੇਕਰ ਕੁਝ ਸਮੇਂ ਲਈ ਆਪਾਂ ਮੰਨ ਵੀ ਲਈਏ ਕਿ ਦੇਵਨਾਗਰੀ ਲਿਪੀ ਹੀ ਮੰਨ ਲਈਏ, ਕਿ ਅਰਧਨਾਗਰੀ ਨੂੰ ਹੀ ਦੇਵਨਾਗਰੀ ਲਿਪੀ ਦਾ ਮੰਨ ਲਈਏ, ਤਾਂ ਵੀ ਗੁਰਮੁਖੀ ਨੇ ਇਸ ਵਿੱਚੋਂ ਨਿਕਲਣ ਦਾ ਕੋਈ ਸਿਧਾਂਤ ਸਾਨੂੰ ਨਹੀਂ ਪ੍ਰਤੀਤ ਹੁੰਦਾ, ਕਿਉਂਕਿ ਸਿਰਫ 3 ਹੀ ਅੱਖਰ ਕਿਹੜੇ ਕਿਹੜੇ ਗ ਟ ਠ ਆਦਿ ਨੂੰ ਛੱਡ ਕੇ ਬਾਕੀ ਕਿਸੇ ਵੀ ਅੱਖਰ ਦੀ ਬਣਾਵਟ ਗੁਰਮੁਖੀ ਅਤੇ ਦੇਵਨਾਗਰੀ ਦੀ ਆਪਸ ਵਿੱਚ ਨਹੀਂ ਮਿਲਦੀ। ਠੀਕ ਹੈ, ਉਹਨਾਂ ਨੇ ਸਾਫ਼ ਕਹਿ ਦਿੱਤਾ ਕਿ ਜਿਹੜੇ ਜੇ ਆਪਾਂ ਇਹ 3 ਅੱਖਰ ਛੱਡ ਦੇ, ਉਸ ਤੋਂ ਇਲਾਵਾ ਜਿਹੜੇ ਗੁਰਮੁਖੀ ਅਤੇ ਦੇਵਨਾਗਰੀ ਦੇ ਕੋਈ ਵੀ ਅੱਖਰ ਸਾਨੂੰ ਬਣਾਵਟ ਸਹੀ ਮਤਲਬ ਆਪਸ ਵਿੱਚ ਸਾਂਝ ਨਹੀਂ ਮਿਲਦੀ, ਤਾਂ ਇਸ ਕਾਰਨ ਹੀ ਅਰਧਨਾਗਰੀ ਨੂੰ ਗੁਰਮੁਖੀ ਦੀ ਜਨਮਦਾਤੀ ਨਹੀਂ ਮੰਨਿਆ ਜਾ ਸਕਦਾ। ਠੀਕ ਹੈ, ਸੋ ਉਰੇ ਕਿਹੜੀ ਕਿਸ ਦੀ ਥਿਊਰੀ ਅਸੈਪਟੇਬਲ ਹੋਈ? ਡਾਕਟਰ ਹੀਰਾ ਚੰਦ ਓਝਾ ਦੀ। ਠੀਕ ਹੈ ਫਰੈਂਡਸ, ਸੋ ਅੱਜ ਆਪਾਂ ਨੂੰ ਪਤਾ ਲੱਗਿਆ ਨਾ ਕਿ ਗੁਰਮੁਖੀ ਲਿਪੀ ਕੀ ਸੀ, ਲਿਪੀ ਦਾ ਜਨਮ ਕਿਵੇਂ ਹੋਇਆ। ਠੀਕ ਹੈ ਨਾ, ਤਾਂ ਉਰੇ ਹੁਣ ਤੁਹਾਨੂੰ ਚਾਰਟ ਸਮਝ ਆਏਗਾ। ਠੀਕ ਹੈ, ਉਰੇ ਚਾਰਟ 'ਚ ਜਿਵੇਂ ਡਾਕਟਰ ਓਝਾ ਦੇ ਨੇ ਬ੍ਰਹਮੀ ਦੀ ਗੱਲ ਕੀਤੀ ਸੀ, ਬ੍ਰਹਮੀ 'ਚੋਂ ਫਿਰ ਉੱਤਰ ਸ਼ੈਲੀ ਦੀ ਕਿਹੜੇ ਵਰਤੇ ਜਾਂਦੇ ਸਨ? ਗੁਪਤ ਲਿਪੀ। ਠੀਕ ਹੈ, ਅਤੇ ਦੱਖਣ ਸ਼ੈਲੀ ਵਿੱਚ ਗ੍ਰੰਥ। ਠੀਕ ਹੈ, ਕੰਨੜ, ਤਮਿਲ, ਤੇਲਗੂ। ਠੀਕ ਹੈ, ਗੁਪਤ ਲਿਪੀ ਵਿੱਚ ਅੱਗੋਂ ਕੁਟਿਲ ਲਿਪੀ, ਗੁਪਤ ਲਿਪੀ 'ਚ ਕੁਟਿਲ ਲਿਪੀ ਆਈ ਨਾ, ਕੁਟਿਲ ਲਿਪੀ 'ਚੋਂ ਅੱਗੋਂ ਕਸ਼ਮੀਰੀ, ਟਾਕਰੀ, ਗੁਰਮੁਖੀ। ਠੀਕ ਹੈ, ਉਸ ਬਾਰੇ ਗੱਲ ਕੀਤੀ। ਡਾਕਟਰ ਗਰੀਅਰਸਨ ਅਨੁਸਾਰ ਲੰਡਾ ਲਿਪੀ ਬਾਰੇ ਗੱਲ ਕੀਤੀ ਉਸਨੇ। ਡਾਕਟਰ ਜੀਬੀ ਅਨੁਸਾਰ ਉਸਨੇ ਅਰਧਨਾਗਰੀ, ਫਿਰ ਭੱਟ ਅੱਛਰੀ, ਠੀਕ ਹੈ, ਫਿਰ ਟਾਕਰੀ, ਸਰਾਫੀ ਅਤੇ ਗੁਰਮੁਖੀ ਦੀ ਗੱਲ ਕੀਤੀ। ਠੀਕ ਹੈ, ਠੀਕ ਹੈ ਫਰੈਂਡਸ, ਸੋ ਅੱਜ ਸਾਨੂੰ ਇਸ ਬਾਰੇ ਪਤਾ ਲੱਗਿਆ। ਅੱਜ ਅਸੀਂ ਨਾਮ ਬਾਰੇ ਵੀ ਪੜ੍ਹਿਆ। ਠੀਕ ਹੈ, ਹੁਣ ਆਪਾਂ ਕੁਝ MCQs ਦੀ ਪ੍ਰੈਕਟਿਸ ਕਰੀਏ। ਜਿਹੜੇ ਆਪਾਂ ਨੇ ਹੁਣ ਨਾਮ ਬਾਰੇ ਪੜ੍ਹਿਆ, ਉਹਦੇ ਬਾਰੇ ਆਪਾਂ ਅਤੇ ਬਾਕੀ ਜਿੰਨੇ ਵੀ ਤੁਹਾਨੂੰ ਕੁਝ ਕਰਾਇਆ ਸੀ, ਕੁਐਸਚਨਸ ਕਰਾਏ ਸੀ, उसके ऊपर ਆਪਾਂ ਪ੍ਰੈਕਟਿਸ ਕਰਦੇ ਹਾਂ। ਪਹਿਲਾ ਕੁਐਸਚਨ ਹੈ, ਸਾਰੇ ਪੰਜਾਬ ਵਿੱਚ ਵਰਤੀ ਜਾਣ ਵਾਲੀ ਸਰਬ ਸਾਂਝੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ? ਦੱਸੋ। ਮਾਝੀ, ਮਲਵਈ, ਪੋਠੋਹਾਰੀ, ਮਿਆਰੀ ਜਾਂ ਟਕਸਾਲੀ ਭਾਸ਼ਾ? ਦੱਸੋ, ਸਰਬ ਸਾਂਝੀ ਭਾਸ਼ਾ ਕਿਹੜੀ ਹੋ ਸਕਦੀ ਹੈ? ਹੋ ਜਾਏਗੀ ਮਿਆਰੀ ਜਾਂ ਟਕਸਾਲੀ ਭਾਸ਼ਾ। ਇਸ ਨੂੰ ਆਪਾਂ ਸਰਬ ਸਾਂਝੀ ਭਾਸ਼ਾ ਕਿਹਾ ਜਾਂਦਾ ਹੈ। ਅਗਲਾ ਕੁਐਸਚਨ ਹੈ, ਪੰਜਾਬੀ ਭਾਸ਼ਾ ਬੋਲਣ ਵੇਲੇ ਮੂੰਹ 'ਚੋਂ ਨਿਕਲਣ ਵਾਲੀ ਆਵਾਜ਼ ਨੂੰ ਕੀ ਕਿਹਾ ਜਾਂਦਾ ਹੈ? ਸਵਰ ਕਿਹਾ ਜਾਂਦਾ ਹੈ, ਧੁਨੀ ਕਿਹਾ ਜਾਂਦਾ ਹੈ, ਵਿਅੰਜਕ ਕਿਹਾ ਜਾਂਦਾ ਹੈ, ਸ਼ਬਦ ਕਿਹਾ ਜਾਂਦਾ ਹੈ? ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹ ਹੋਏਗਾ ਧੁਨੀ ਹੋਏਗਾ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ, ਪੰਜਾਬੀ ਧੁਨੀਆਂ ਕਿੰਨੀ ਤਰ੍ਹਾਂ ਦੀ ਹੁੰਦੀਆਂ ਹਨ? ਦੱਸੋ। 2, 3, 5, 4? ਇਹ ਹੁੰਦੀਆਂ ਹਨ 2 ਤਰ੍ਹਾਂ ਦੀ ਹੁੰਦੀਆਂ ਹਨ। ਤੁਸੀਂ ਉਰੇ ਮੈਨੂੰ ਮੈਂਸ਼ਨ ਕਰੋ ਕਮੈਂਟ ਵਿੱਚ ਕਿਹੜੀ 2 ਤਰ੍ਹਾਂ ਦੀ ਹੁੰਦੀਆਂ ਹਨ। ਤੁਹਾਨੂੰ ਮੈਂ ਪੜ੍ਹਾਇਆ, ਤੁਸੀਂ ਮੈਨੂੰ ਅੱਗੋਂ ਹੁਣ ਮੈਂਸ਼ਨ ਕਰੋ ਕਮੈਂਟ 'ਚ ਕਿਹੜੀ ਤਰ੍ਹਾਂ ਦੀ ਹੁੰਦੀਆਂ ਹਨ। ਅਗਲਾ ਕੁਐਸਚਨ ਹੈ, ਪੰਜਾਬੀ ਵਰਣਮਾਲਾ ਵਿੱਚ ਕਿੰਨੇ ਅੱਖਰ ਹੁੰਦੇ ਹਨ? ਦੱਸੋ। ਕਿੰਨੇ ਅੱਖਰ ਸਵਰ ਹਨ? ਸੋਰੀ ਉਹਦੇ ਕੁਐਸਚਨ ਮੈਂ ਸਹੀ ਤਰ੍ਹਾਂ ਨੇ, ਪੰਜਾਬੀ ਵਰਣਮਾਲਾ ਵਿੱਚ ਕਿੰਨੇ ਅੱਖਰ ਸਵਰ ਹਨ? ਸਵਰ ਦੱਸਣੇ ਹੈ। ਦੱਸੋ। 30, 35, 5, 3? ਆਪਾਂ ਨੇ ਕੁਐਸਚਨ ਧਿਆਨ ਨਾਲ ਪੜ੍ਹਨਾ ਹੈ। ਠੀਕ ਹੈ, ਇਹਦਾ ਆਨਸਰ ਆਏਗਾ ਸ। ਠੀਕ ਹੈ, 4th ਆਪਸ਼ਨ। ਤੁਸੀਂ ਉਰੇ ਮੈਨੂੰ ਇਹ ਵੀ ਦੱਸੋ 3 ਕਿਹੜੇ ਸਵਰ ਹਨ? ਠੀਕ ਹੈ, ਅਗਲਾ ਹੈਗਾ, ਸ ਤੋਂ ੜਾੜੇ ਤੱਕ ਅੱਖਰ ਕਿਹੜੀ ਧੁਨੀ ਪ੍ਰਗਟਾਉਂਦੇ ਹਨ? ਮਿਆਰੀ, ਹਸਵ, ਵਿਅੰਜਕ, ਕੋਈ ਨਹੀਂ? ਦੱਸੋ। ਜੇ ਤੁਹਾਨੂੰ 5ਵਾਂ ਕੁਐਸਚਨ ਦਾ ਆਨਸਰ ਪਤਾ ਹੈ, ਤੁਹਾਨੂੰ ਫਿਰ 4th ਕੁਐਸਚਨ ਦਾ ਵੀ ਆਨਸਰ ਪਤਾ। ਇਹਦਾ ਆਨਸਰ ਆਏਗਾ ਵਿਅੰਜਕ। ਠੀਕ ਹੈ, ਅਗਲਾ ਕੁਐਸਚਨ ਹੈ, ਗੁਰਮੁਖ ਲਿਪੀ ਦਾ ਦੂਜਾ ਨਾਂ ਕੀ ਹੈ? 38, 35, 45, ਕੋਈ ਨਹੀਂ? ਇਹਦਾ ਆਨਸਰ ਆਏਗਾ 35। ਠੀਕ ਹੈ, ਅਗਲਾ ਕੁਐਸਚਨ ਹੈ, ਧੁਨੀਆਂ ਸ਼ਬਦਾਂ ਵਾਕਾਂ ਦੇ ਅਰਥਾਂ ਦਾ ਧਿਆਨ ਕਿਸ ਦੇ ਅੰਤਰਗਤ ਹੁੰਦਾ ਹੈ? ਦੱਸੋ। ਧੁਨੀਆਂ ਸ਼ਬਦਾਂ ਵਾਕਾਂ ਤੇ ਅਰਥਾਂ ਦਾ ਧਿਆਨ ਕਿਸ ਦੇ ਅੰਤਰਗਤ ਹੁੰਦਾ ਹੈ? ਵਿਆਕਰਣ, ਭਾਸ਼ਾ, ਬੋਲੀ, ਵਿਅੰਜਨ? ਤੁਹਾਨੂੰ ਮੈਂ ਕੀ ਕਰਾ ਰਿਹਾ, ਉਸ ਬਿਹਾਫ ਤੇ ਸੋਚ ਕੇ ਦੱਸੋ ਮੈਨੂੰ। ਇਹਦਾ ਧਿਆਨ ਹੁੰਦਾ ਹੈ ਵਿਆਕਰਣ ਦੇ ਆਧਾਰ 'ਤੇ। ਠੀਕ ਹੈ,
ਵਿਆਕਰਣ ਵਿੱਚ ਦੁਨੀਆ ਦੀ ਵਿਆਖਿਆ ਵਾਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ? ਸ਼ਬਦ ਬੋਧ, ਵਾਕ ਬੋਧ, ਅਰਥ ਬੋਧ, ਧੁਨੀ ਬੋਧ। ਵਿਆਕਰਣ ਵਿੱਚ ਧੁਨੀਆਂ ਦੀ ਵਿਆਖਿਆ ਵਾਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ? ਇਸ ਨੂੰ ਆਪਾਂ ਕਹਿੰਦੇ ਹਾਂ ਧੁਨੀ ਬੋਧ। ਠੀਕ ਹੈ। ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੀਆਂ ਅਨੁਨਾਸਿਕ ਜਾਂ ਅਨੁਨਾਸਿਕ ਕਹਿ ਲਓ ਧੁਨੀਆਂ ਹਨ? 35, 10, 5, 3। ਇਹਦਾ ਆਨਸਰ ਆਏਗਾ 5 ਹਨ। ਠੀਕ ਹੈ। ਤੁਹਾਨੂੰ ਮੈਂ 5 ਵੀ ਦੱਸੀਆਂ ਹਨ, ਕਿਹੜੀਆਂ ਕਿਹੜੀਆਂ ਹਨ ਉਹ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਮੈਂਸ਼ਨ ਕਰਿਓ। ਪੰਜਾਬੀ ਵਿਆਕਰਣ ਦੇ ਕਿੰਨੇ ਭਾਗ ਹਨ? 8, 5, 2, 3। ਇਹ ਹਨ 3 ਭਾਗ ਹਨ। ਠੀਕ ਹੈ। ਠੀਕ ਹੈ ਫਰੈਂਡਸ, 3 ਭਾਗ ਹਨ। ਤਾਂ ਆਪਾਂ ਵੈਸੇ 3 ਵੀ ਹੋ ਸਕਦੇ ਨੇ ਅਤੇ 4 ਵੀ ਹੋ ਸਕਦੇ ਨੇ। ਠੀਕ ਹੈ। ਵੈਸੇ ਉਰੇ 3 ਕਿਹਾ, 3 ਮੰਨ ਲੈਂਦੇ ਆਪਾਂ, ਅਗਰ 4 ਵੀ ਹੋ ਸਕਦੇ ਹਨ। ਪੰਜਾਬੀ ਦੀ ਲਿਪੀ ਗੁਰਮੁਖੀ ਦੇ ਅੱਖਰ ਕਿੰਨੇ ਤਰ੍ਹਾਂ ਦੇ ਹਨ? ਪੰਜਾਬੀ ਦੀ ਲਿਪੀ ਗੁਰਮੁਖੀ ਦੇ ਕਿੰਨੇ ਤਰ੍ਹਾਂ ਦੇ ਹਨ? ਪੰਜਾਬੀ ਦੀ ਲਿਪੀ ਗੁਰਮੁਖੀ ਦੇ ਅੱਖਰ ਕਿੰਨੀ ਤਰ੍ਹਾਂ ਦੇ ਹਨ? 5, 3, 2, 10। ਇਹ ਹਨ 3 ਤਰ੍ਹਾਂ ਦੇ। ਠੀਕ ਹੈ। ਅਗਲਾ ਕੁਐਸਚਨ ਹੈ, ਪੰਜਾਬੀ ਵਿੱਚ ਕਿੰਨੇ ਲਗਾਖਰ ਹੁੰਦੇ ਹਨ? ਦੱਸੋ। ਇਹ ਹੋਣਗੇ 3 ਤਰ੍ਹਾਂ ਦੇ। ਤੁਸੀਂ ਮੈਨੂੰ ਦੱਸਣਾ 3 ਤਰ੍ਹਾਂ ਦੇ ਕਿਹੜੇ ਕਿਹੜੇ ਲਗਾ ਅੱਖਰ ਹਨ। ਠੀਕ ਹੈ, ਜ਼ਰੂਰ ਦੱਸਣਾ ਮੈਨੂੰ। ਠੀਕ ਹੈ। ਸੋ ਆਪਾਂ ਨੇ ਅੱਜ 12 ਕੁ MCQs ਦੇਖੇ ਹੈ। ਠੀਕ ਹੈ। ਇੱਕ ਆਪਾਂ ਨੇ 2 ਟੌਪਿਕ ਦੇਖੇ, ਨਾਂਵ ਦੇਖਿਆ ਆਪਾਂ ਨੇ। ਨਾਂਵ ਤੱਕ ਕੰਟੀਨਿਊ, ਨਾਂਵ ਦੇ ਅਗਲੇ ਭਾਗ ਕੰਟੀਨਿਊ ਰਹਿਣਗੇ। ਠੀਕ ਹੈ। ਨਾਂਵ, ਪੜ੍ਹਨਾਂਵ, ਵਿਸ਼ੇਸ਼ਣ। ਠੀਕ ਹੈ। ਉਹਦੇ ਬਾਰੇ ਤਾਂ ਆਪਾਂ ਕੰਟੀਨਿਊ ਰੱਖਾਂਗੇ। ਨਾਲ ਇੱਕ ਐਕਸਟਰਾ ਟੌਪਿਕ ਮੈਂ ਤੁਹਾਨੂੰ ਕਰਾਉਂਦਾ ਰਹਾਂਗਾ। ਠੀਕ ਹੈ, ਜਿਵੇਂ ਇਹਦੇ ਬਾਰੇ ਤੁਹਾਨੂੰ ਮੈਂ ਦੱਸਿਆ ਹੈ। ਠੀਕ ਹੈ। ਸੋ ਠੀਕ ਹੈ ਫਰੈਂਡਸ, ਜੇ ਤੁਹਾਨੂੰ ਥੋੜ੍ਹਾ ਜਿਹਾ ਬਰੀਕ ਲੱਗੇ ਨਾ ਮੈਨੂੰ ਮਾਫ ਕਰਿਓ। ਇਹ ਨੋਟਸ ਹੈ ਤਾਂ ਇਸ ਕਰਕੇ ਥੋੜ੍ਹਾ ਬਰੀਕ ਹੋ ਸਕਦਾ। ਬਸ ਮੈਂ ਤੁਹਾਨੂੰ ਸਮਝਾਉਣਾ ਸੀ। ਠੀਕ ਹੈ। ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਗੁਰਮੁਖੀ ਲਿਪੀ ਦਾ ਜਨਮ ਜਾਂ ਨਿਕਾਸ ਕਿਸ ਤਰ੍ਹਾਂ ਹੋਇਆ। ਠੀਕ ਹੈ। ਸੋ ਥੈਂਕ ਯੂ। ਹੁਣ ਆਪਾਂ ਕੱਲ੍ਹ ਮਿਲਾਂਗੇ। ਜੇ ਤੁਹਾਨੂੰ ਮੇਰਾ ਲੈਕਚਰ ਅੱਛਾ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ। ਠੀਕ ਹੈ। ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਜੇ ਕੋਈ ਪ੍ਰੋਬਲਮ ਆਵੇ ਤਾਂ ਕਮੈਂਟ ਕਰਿਓ। ਠੀਕ ਹੈ ਫਰੈਂਡਸ।